ਕੀਤੀ ਜਾ ਰਹੀ ਹੈ। ਦੇਖੋ ਅੱਜ ਰਾਹੁਲ ਗਾਂਧੀ ਜੀ ਦਾ ਜਿਹੜਾ ਸੀਗਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਗੁਜਰਾਤ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਾਇਆ ਸੀਗਾ ਜੀ ਮਾਨਹਾਨੀ ਦਾ ਕੇਸ। ਉਹਦੇ 'ਚ ਜਿਹੜਾ ਫੈਸਲਾ ਆਇਆ ਉਹ ਅਗੇਂਸਟ ਆਇਆ ਔਰ ਉਹ ਸਜ਼ਾ ਜਿਹੜੀ ਆ ਕੋਰਟ ਨੇ ਬਰਕਰਾਰ ਰੱਖੀ ਹੈ। ਦੇਖੋ ਇਹ ਸਭ ਤੋਂ ਮਾੜੀ ਗੱਲ ਇਹ ਆ ਕਿ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਜੀ ਨੂੰ ਬੀਜੇਪੀ ਵੱਲੋਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੱਲੋਂ ਦਰਕਿਨਾਰ ਕੀਤਾ ਜਾ ਰਿਹਾ, ਉਹਨਾਂ ਨੂੰ ਕਿਸੇ ਗੱਲ ਦਾ ਖਤਰਾ ਪੈ ਗਿਆ ਰਾਹੁਲ ਗਾਂਧੀ ਜੀ ਤੋਂ, ਔਰ ਉਹਨਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਕਰਾ ਕੇ ਪੋਲੀਟੀਕਲ ਸਿਨੈਰੀਓ ਤੋਂ ਬਾਹਰ ਕਰਨਾ ਚਾਹੁੰਦੇ ਸੀਗੇ ਕਿ ਕਿਉਂਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਮੁਹੱਬਤ ਦੀ ਦੁਕਾਨ ਖੋਲ੍ਹਣੀ ਸ਼ੁਰੂ ਕੀਤੀ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਲੋਕਾਂ ਨੇ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਔਰ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਕਰਨਾਟਕਾ ਦੇ ਵਿੱਚ ਵੀ ਸਰਕਾਰ ਆਈ ਹੈ, ਅੱਗੇ ਮੱਧ ਪ੍ਰਦੇਸ਼ 'ਚ ਚੋਣਾਂ ਆਉਣ ਵਾਲੀਆਂ ਨੇ, ਰਾਜਸਥਾਨ 'ਚ ਆਉਣ ਵਾਲੀਆਂ ਨੇ, ਹਰਿਆਣਾ 'ਚ ਆਉਣ ਵਾਲੀਆਂ ਨੇ, ਔਰ ਲੋਕ ਉਡੀਕ ਕਰ ਰਹੇ ਆ ਕਿਉਂਕਿ ਮੈਂ ਕੁਝ ਚੈਨਲਾਂ ਦਾ ਇਹ ਦੇਖ ਰਿਹਾ ਸੀਗਾ ਕਿ ਜਿਹਦੇ 'ਚ ਇਹ ਕਿਹਾ ਜਾ ਰਿਹਾ ਸੀਗਾ ਕਿ ਬਹੁਤ ਵੱਡਾ ਝਟਕਾ ਰਾਹੁਲ ਗਾਂਧੀ ਜੀ ਨੂੰ ਮਿਲਿਆ ਕਿਉਂਕਿ ਰਾਜਨੀਤਿਕ ਤੌਰ 'ਤੇ ਉਹਨਾਂ ਨੂੰ ਜਿਹੜਾ ਬਾਹਰ ਕਰ ਦਿੱਤਾ ਗਿਆ। ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਰਾਹੁਲ ਗਾਂਧੀ ਉਹ ਸ਼ਖਸ ਆ ਕਿ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਮੌਕਾ ਪ੍ਰਾਈਮ ਮਿਨਿਸਟਰ ਬਣਨ ਦਾ ਮਿਲਿਆ ਸੀ। ਜਿਸ ਸਮੇਂ ਇਹਨਾਂ ਦੇ ਸਾਡੇ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਜਾਂ ਰਾਹੁਲ ਗਾਂਧੀ ਜੀ ਆ, ਜਦੋਂ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ 2 ਵਾਰ ਬਣੇ, ਉਦੋਂ ਵੀ ਇਸ ਪਰਿਵਾਰ ਨੂੰ ਮੌਕਾ ਮਿਲਿਆ ਸੀ। ਔਰ ਜੇ ਕੁਰਸੀ ਦੀ ਲਾਲਚ ਹੁੰਦੀ, ਕੁਰਸੀ ਦੀ ਭੁੱਖ ਹੁੰਦੀ ਰਾਹੁਲ ਗਾਂਧੀ ਨੂੰ, ਤੇ ਉਸ ਸਮੇਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਸੀਗੇ। ਸੋ ਇਸ ਤਰ੍ਹਾਂ ਜਿਹੜਾ ਸ਼ਖਸ ਆਪਦੇ ਮੁਲਕ ਨਾਲ ਪਿਆਰ ਕਰਦਾ, ਜਿਹੜਾ ਸ਼ਖਸ ਬਾਈ ਰੋਡ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ, ਉਹਨੂੰ ਕੁਰਸੀ ਦਾ ਕੋਈ ਲਾਲਚ ਨਹੀਂ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਭੁੱਖ ਨਹੀਂ। ਉਹ ਚਾਹੁੰਦੇ ਨੇ ਕਿ ਸਾਡਾ ਮੁਲਕ ਜਿਹੜਾ ਉਹ ਤਗੜਾ ਹੋਵੇ। ਜੋ ਅੱਜ ਮਹਿੰਗਾਈ ਦੀ ਮਾਰ ਵੱਜ ਰਹੀ ਹੈ, ਜਿਸ ਤਰ੍ਹਾਂ ਦੇ ਨਾਲ ਜੁਡੀਸ਼ਰੀ ਦਾ ਕਤਲ ਹੋ ਰਿਹਾ, ਜਿਸ ਤਰ੍ਹਾਂ ਦੇ ਨਾਲ ਹਿਟਲਰਸ਼ਾਹੀ ਦਾ ਰਾਜ ਜਿਹੜੀ ਬੀਜੇਪੀ ਕਰ ਰਹੀ ਆ, ਉਸ ਚੀਜ਼ ਦੇ ਅੱਗੇ ਉਹ ਕੰਧ ਬਣ ਕੇ ਖਲੋਣ ਦੀ ਉਹਨਾਂ ਨੇ ਕੋਸ਼ਿਸ਼ ਕਰ ਰਹੇ ਨੇ। ਸੋ ਜਿਸ ਦਾ ਖਮਿਆਜਾ ਜਿਹੜਾ ਉਹਨਾਂ ਨੂੰ ਇਸ ਢੰਗ ਦੇ ਨਾਲ ਭੁਗਤਣਾ ਪੈ ਰਿਹਾ, ਇਹਦੀ ਅਸੀਂ ਸਾਰੇ ਘੋਰ ਨਿੰਦਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਇੱਕ ਅਖੀਰਲਾ ਜਿਹੜਾ ਘਰ ਹੁੰਦਾ ਜਿੱਥੇ ਇਨਸਾਫ ਦੀ ਆਸ ਹੁੰਦੀ ਆ, ਉੱਥੇ ਇਸ ਤੋਂ ਬਾਅਦ ਉਹ ਠੀਕ ਹੈ। ਹਾਈ ਕੋਰਟ ਨੇ, ਮੈਂ ਕਿਸੇ ਵੀ ਇਹੋ ਜਿਹੇ ਜੁਡੀਸ਼ਰੀ ਤੇ ਜਾਂ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਆਫਟਰ ਆਲ ਸਾਡੇ ਮੁਲਕ ਦੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਕਈਆਂ ਚੀਜ਼ਾਂ ਤੇ ਟਿੱਪਣੀ ਨਾ ਕਰਨੀ ਵੀ ਬੈਟਰ ਹੁੰਦੀ ਹੈ। ਉਤੋਂ ਹੀ ਲੋਕ ਸਮਝ ਜਾਂਦੇ ਨੇ ਕਿ ਕਿੱਥੋਂ ਕੀ ਚੀਜ਼ ਚੱਲ ਰਹੀ ਹੈ, ਕਿਵੇਂ ਚੱਲ ਰਹੀ ਹੈ, ਉਹ ਸਾਰਿਆਂ ਨੂੰ ਪਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਵੀ ਕਰਾਂਗੇ ਔਰ ਜਿਹੜੀ ਮੁਹੱਬਤ ਦੀ ਦੁਕਾਨ ਰਾਹੁਲ ਗਾਂਧੀ ਜੀ ਨੇ ਖੋਲ੍ਹੀ ਔਰ ਲਗਾਤਾਰ ਖੋਲ੍ਹਦੇ ਰਹਿਣਗੇ ਔਰ ਪਿੱਛੇ ਜਿਹੜਾ ਕਾਫਲਾ ਉਹ ਵੱਧਦਾ ਜਾਊਗਾ। ਇਸ ਤਰ੍ਹਾਂ ਕਿਸੇ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। 24 ਦੀ ਇਲੈਕਸ਼ਨ ਆ ਰਹੀ ਹੈ ਜੀ, ਇਸ ਨੂੰ ਲੈ ਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਬਾਰ-ਬਾਰ ਰਾਹੁਲ ਗਾਂਧੀ ਨੂੰ। ਦੇਖੋ ਇਹ ਨਿਸ਼ਚਿਤ ਆ ਕਿ ਜਿਹੜੀ 24 ਦੀ ਇਲੈਕਸ਼ਨ ਆ ਉਹ ਇਸ ਵਾਰ ਕਾਂਗਰਸ ਪਾਰਟੀ ਜਿਹੜੀ ਆ ਬੜੇ ਵੱਡੇ ਬਹੁਮਤ ਦੇ ਨਾਲ ਜਿੱਤੂਗੀ ਔਰ ਜਿੱਤ ਹਾਰਾਂ ਵੀ ਬਾਅਦ ਦੀ ਗੱਲ ਹੈ। ਬੰਦੇ ਦੀ ਸੋਚ ਨੂੰ ਬੱਚੇ ਲੋਕ ਚੱਲਦੇ। ਰਾਹੁਲ ਗਾਂਧੀ ਦੀ ਸੋਚ ਜਿਹੜੀ ਆ ਸਾਰੇ ਜੱਗ ਜ਼ਾਹਿਰ ਆ ਕਿਉਂਕਿ ਪਹਿਲਾਂ ਬੀਜੇਪੀ ਨੇ ਬੜੀ ਕੋਸ਼ਿਸ਼ ਕੀਤੀ ਕਿ ਰਾਹੁਲ ਗਾਂਧੀ ਦਾ ਜਿਹੜਾ ਚਿਹਰਾ ਉਹਨੂੰ ਬਦਨਾਮ ਕੀਤਾ ਜਾਵੇ। ਰਾਹੁਲ ਗਾਂਧੀ ਜੀ ਨੂੰ ਕਿਸੇ ਢੰਗ ਨਾਲ ਪੇਸ਼ ਕਰਦੇ ਰਹੇ ਆ ਚੈਨਲਾਂ ਦੇ ਉੱਤੇ, ਕਦੀ ਕਿਸੇ ਢੰਗ ਨਾਲ, ਲੋਕਾਂ ਨੇ ਉਹ ਨਹੀਂ ਮੰਨਿਆ ਔਰ ਰਾਹੁਲ ਗਾਂਧੀ ਨੇ ਯਾਤਰਾ ਸ਼ੁਰੂ ਕਰ ਦਿੱਤੀ। ਫਿਰ ਉਹਨਾਂ ਵੱਖ-ਵੱਖ ਸੂਬਿਆਂ ਦੇ ਵਿੱਚ, ਸਟੇਟਸ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਔਰ ਉਹ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ। ਕਰਨਾਟਕਾ ਇੱਕ ਬਹੁਤ ਵੱਡੀ ਸਟੇਟ ਆ ਜਿੱਥੇ ਐਡੀ ਵੱਡੀ ਜਿੱਤ ਜਿਹੜੀ ਆ ਹੋਈ ਆ। ਤੁਹਾਡੇ ਲਾਗੇ ਹਿਮਾਚਲ ਦੇ ਵਿੱਚ ਜਿੱਤ ਹੋਈ ਆ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਆ ਬੀ ਟੀਮ ਆ ਬੀਜੇਪੀ ਦੀ, ਜਿੱਥੇ ਵੀ ਇਹ ਨੁਕਸਾਨ ਕਰਦੀ ਆ ਉਹ ਕਾਂਗਰਸ ਪਾਰਟੀ ਦਾ ਕਰਦੀ ਆ ਔਰ ਬੀਜੇਪੀ ਜਿਹੜੀ ਆ ਉਹ ਇਹਨਾਂ ਨੂੰ ਵਰਤ ਕੇ ਤੇ ਉਹ ਕਾਂਗਰਸ ਦਾ ਨੁਕਸਾਨ ਕਰਦੀ ਆ। ਪਰ ਇਹ ਬਹੁਤਾ ਲੰਮਾ ਸਮਾਂ ਇਸ ਤਰ੍ਹਾਂ ਚੱਲਦਾ ਨਹੀਂ ਹੁੰਦਾ ਕਿਉਂਕਿ ਜਿਸ ਮਹਿੰਗਾਈ ਦੀ ਮਾਰ ਦੇ ਨਾਲ ਹਿੰਦੁਸਤਾਨ ਦੇ ਲੋਕ ਜੂਝ ਰਹੇ ਨੇ, ਜਿਸ ਤਰੀਕੇ ਦੇ ਨਾਲ ਅੱਜ ਸਾਡਾ ਸਾਰੇ ਪ੍ਰਾਈਵੇਟਾਈਜੇਸ਼ਨ ਹੋ ਰਿਹਾ, ਜਿਸ ਤਰੀਕੇ ਦੇ ਨਾਲ ਸਾਰਾ ਕੁਝ ਮੁਲਕ ਦਾ ਵਿਕ ਰਿਹਾ, ਜਿਹੜਾ ਸਰਮਾਇਆ 70-75 ਸਾਲ ਕਾਂਗਰਸ ਨੇ ਸਾਂਭ ਕੇ ਰੱਖਿਆ ਸੀਗਾ, ਉਹਨੂੰ ਵੇਚਣ ਦਾ ਕੰਮ ਇਸ ਸੈਂਟਰ ਸਰਕਾਰ ਨੇ ਕੀਤਾ ਆ। ਔਰ ਇਸ ਚੀਜ਼ ਨੂੰ ਰੋਕਣ ਵਾਸਤੇ ਰਾਹੁਲ ਗਾਂਧੀ ਨਿਡਰ ਹੋ ਕੇ ਜਿਸ ਤਰ੍ਹਾਂ ਚੱਲੇ ਆ ਉਹ ਚੱਲਦੇ ਰਹਿਣਗੇ ਔਰ ਸਮੁੱਚੀ ਕਾਂਗਰਸ, ਸਮੁੱਚਾ ਵਰਕਰ ਕਾਂਗਰਸ ਦਾ ਜਿਹੜਾ ਹਿੰਦੁਸਤਾਨ ਦੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਨਾਲ ਖੜੇ। ਗੱਠਜੋੜ ਦੀ ਸਰ ਚਰਚਾਵਾਂ ਚੱਲੀਆਂ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਗੱਠਜੋੜ ਹੋ ਰਿਹਾ ਅਕਾਲੀ ਭਾਜਪਾ ਦਾ। ਦੇਖੋ ਇਹ ਤਾਂ ਨਿੱਜੀ ਫੈਸਲਾ ਹੋਊਗਾ ਦੋਵਾਂ ਪਾਰਟੀਆਂ ਦਾ, ਪਰ ਇਹ ਸੁਸਾਈਡ ਹੋਊਗਾ ਦੋਵਾਂ ਪਾਰਟੀਆਂ ਵਾਸਤੇ ਵੀ ਤੇ ਸਾਡੇ ਵਾਸਤੇ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹ ਉਹ ਗੱਠਜੋੜ ਹੈ ਜਿਹਨੂੰ ਜਦੋਂ ਇਹਨਾਂ ਨੇ ਛੱਡਿਆ ਸੀਗਾ ਅਕਾਲੀ ਦਲ ਨੇ, ਇਹ ਕਿਸਾਨੀ ਦੇ ਮੁੱਦੇ ਤੇ ਛੱਡਿਆ ਸੀਗਾ। ਕੀ ਉਹ ਮੁੱਦਾ ਹੱਲ ਹੋ ਗਿਆ? ਕੀ ਉਹ ਅੱਜ ਜਿਹੜੇ ਕਿਸਾਨਾਂ ਨੂੰ ਉਹਨਾਂ ਦਾ ਸਾਰਾ ਕੁਝ ਮਿਲ ਗਿਆ?
ਕਿ ਜਿਹੜਾ ਕਹਿੰਦੇ ਸੀਗੇ ਅਕਾਲੀ ਦਲ ਵਾਲੇ ਕਿ ਧਰਮ ਦੇ ਵਿੱਚ ਐਸਜੀਪੀ ਦੇ ਵਿੱਚ ਹਰ ਚੀਜ਼ ਦੇ ਵਿੱਚ ਇੰਟਰਫੇਰੈਂਸ ਬੀਜੇਪੀ ਕਰਦੀ ਆ, ਕੀ ਉਹ ਇੱਕ ਮਿਨਿਸਟਰੀ ਦੇ ਕਾਰਨ ਜਾਂ ਆਪਣੀ ਰਾਜਨੀਤਿਕ ਲਾਭ ਦੇ ਕਾਰਨ ਇਹ ਦੁਬਾਰਾ ਜਿਹੜਾ ਅਲਾਈਅੰਸ ਕਰਨਗੇ, ਤੇ ਉਹਦਾ ਜਵਾਬ ਤੇ ਫਿਰ ਲੋਕ ਦੇਣਗੇ। ਮੈਨੂੰ ਲੱਗਦਾ ਕਿ ਇਹ ਸੁਸਾਈਡ ਹੋਏਗਾ ਸਭ ਤੋਂ ਵੱਡਾ ਇਹਨਾਂ ਦੋਵਾਂ ਪਾਰਟੀਆਂ ਦਾ, ਕਿਉਂਕਿ ਲੋਕ ਜਿਹੜੇ ਆ ਬੜੇ ਸਿਆਣੇ ਆ। ਕੱਲ ਤੁਸੀਂ ਕੁਛ ਕਹੋ, ਅੱਜ ਤੁਸੀਂ ਕੁਛ ਕਹੋ, ਤੇ ਰਾਜਨੀਤਿਕ ਫਾਇਦਿਆਂ ਲਈ ਤੁਸੀਂ ਫਿਰ ਇਕੱਠੇ ਹੋ ਜਾਓ। ਮੈਨੂੰ ਲੱਗਦਾ ਕਿ ਇਹ ਲੋਕ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੇ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਕਿ ਹਰਸਿਮਰਤ ਕੌਰ ਨੂੰ ਫਿਰ ਕੇਂਦਰ ਵਿੱਚ ਲਿਆ ਜਾ ਸਕਦਾ ਵਾ, ਤੁਸੀਂ ਕਿੱਥੋਂ ਦੇਖਦੇ ਹੋ? ਦੇਖੋ ਜੀ, ਉਹ ਮਿਨਿਸਟਰੀ ਕਰਕੇ ਇਹ ਪਰਿਵਾਰ ਕੁਝ ਵੀ ਕਰ ਸਕਦਾ, ਇਹਦੇ ਤੇ ਮੈਂ ਸਪਸ਼ਟ ਕਹਿ ਰਿਹਾ ਕਿ ਕੁਝ ਵੀ ਕਰ ਸਕਦੇ ਨੇ, ਪਰ ਇਹਨਾਂ ਦਾ ਨਿੱਜੀ ਫੈਸਲੇ ਨੇ। ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਬੰਦਾ ਆਪਣੀ ਗੱਲ ਕਰਕੇ ਉਹ ਤੋਂ ਬੈਕਆਊਟ ਕਰੇ, ਜਿਹੜਾ ਬੰਦਾ ਸੂਬੇ ਦੀ ਗੱਲ ਕਰਕੇ ਤੇ ਆਪਣੇ ਨਿੱਜੀ ਮਫਾਦਾਂ ਲਈ ਸੂਬਾ ਭੁੱਲ ਜੇ, ਤੇ ਉਹਦੀ ਰਾਜਨੀਤੀ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ। ਜਿਸ ਤਰ੍ਹਾਂ ਹੁਣ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਬੀਜੇਪੀ ਦਾ, ਲੱਗਦਾ ਵੀ ਆਉਣ ਵਾਲੇ 24 ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ, ਨਵੇਂ ਸਮਝ ਸਕਦੇ ਨੇ? ਦੇਖੋ, ਜਾਖੜ ਸਾਹਿਬ ਨੂੰ ਠੀਕ ਹੈ, ਨਵੀਂ ਰਿਸਪੌਂਸਿਬਿਲਟੀ ਮਿਲੀ ਆ, ਉਹ ਬੀਜੇਪੀ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ, ਉਹਨਾਂ ਨੂੰ ਮੁਬਾਰਕ ਆ ਕਿ ਉਹ ਆਪ ਦਾ ਕੰਮ ਕਰਨ, ਅਸੀਂ ਆਪ ਦਾ ਕੰਮ ਕਰਨਾ। ਪਰ ਜਿਸ ਢੰਗ ਦੇ ਨਾਲ ਪਿਛਲੇ 10 ਸਾਲਾਂ ਤੋਂ ਬੀਜੇਪੀ 9 ਸਾਲਾਂ ਤੋਂ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਰਾਜ ਕਰ ਰਹੀ ਆ, ਉਹ ਸਾਰੀ ਦੁਨੀਆ ਨੂੰ ਪਤਾ, ਜਾਖੜ ਸਾਹਿਬ ਨੂੰ ਵੀ ਪਤਾ, ਕਿਉਂਕਿ ਇਹ ਵੀ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਆ। ਪਰ ਅੱਜ ਜਿਹੜੀਆਂ ਔਂਕੜਾਂ ਜਾਖੜ ਸਾਹਿਬ ਨੂੰ ਆਉਣੀਆਂ ਉਹ ਇਹ ਨੇ ਕਿ ਜਿਹੜੀ ਮਹਿੰਗਾਈ ਦਾ ਮੁੱਦਾ, ਜਿਸ ਢੰਗ ਦੇ ਨਾਲ ਸਾਡੀ ਪ੍ਰਾਈਵੇਟਾਈਜੇਸ਼ਨ ਹਿੰਦੁਸਤਾਨ ਦੇ ਕੀਤੀ ਗਈ ਹੈ, ਜਿਸ ਢੰਗ ਦੇ ਨਾਲ ਇੱਥੋਂ ਸਾਡੇ 에ਅਰਪੋਰਟਸ, ਟ੍ਰੇਨਾਂ, ਸਾਰਾ ਕੁਝ ਅਡਾਨੀ ਨੂੰ ਵੇਚ ਦਿੱਤਾ ਗਿਆ, ਜਿਸ ਢੰਗ ਦੇ ਨਾਲ ਲੋਕਾਂ ਦੇ ਅੱਜ ਮਤਲਬ ਘਰ ਰੋਟੀ ਨਹੀਂ ਪੱਕਦੀ, ਉਸ ਪਾਰਟੀ ਲਈ ਕੰਮ ਕਰਨਾ ਉਹਨਾਂ ਵਾਸਤੇ ਮੇਰੇ ਖਿਆਲ ਔਖਾ, ਬਹੁਤ ਉਹਨਾਂ ਦੇ ਸਮਾਂ ਜਿਹੜਾ ਆਉਣਾ ਔਖਾ ਹੋਏਗਾ। ਸਰ, ਅੰਸਾਰੀ ਦੇ ਮੁੱਦੇ ਦੇ ਉੱਪਰ ਆਪਣੇ ਡਿਪਟੀ ਸੀਐਮ ਤੇ ਸੀਐਮ ਜਿਹੜੇ ਮੌਜੂਦਾ ਸੀ ਉਹਨਾਂ ਨੂੰ ਆਪ ਪਾਰਟੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਆਰੋਪ ਲਗਾ ਰਹੇ ਆ, ਉਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ, ਭਗਵੰਤ ਮਾਨ ਜੀ ਨੇ ਜਿਹੜਾ ਅੰਸਾਰੀ ਦੇ ਮੁੱਦੇ ਤੇ ਕਿਹਾ ਕਿ 55 ਲੱਖ ਰੁਪਇਆ ਮੈਂ ਕੈਪਟਨ ਅਮਰਿੰਦਰ ਤੇ ਸੁਖਜਿੰਦਰ ਸਿੰਘ ਰੰਧਾਵਾ ਜੀ ਤੋਂ ਵਸੂਲਣਾ, ਤੇ ਮੈਂ ਇੱਕੋ ਹੀ ਕੁਐਸਚਨ ਕਰਦਾ। ਪਹਿਲੀ ਗੱਲ ਤੇ ਜਿਹੜਾ ਨੋਟਿਸ ਦਿੱਤਾ ਉਹ 17.5 ਲੱਖ ਦਾ ਦਿੱਤਾ, ਉਤੋਂ ਉਸ ਗੱਲ ਤੋਂ ਬੈਕਆਊਟ ਕਰ ਗਏ। ਸੈਕਿੰਡ ਇਹ ਚੀਜ਼ ਹੈ ਕਿ ਉਸ ਚੀਜ਼ ਦੀ ਅਜੇ ਪੇਮੈਂਟ ਹੀ ਨਹੀਂ ਹੋਈ ਤੇ ਤੁਸੀਂ ਰਿਕਵਰੀ ਦੀ ਗੱਲ ਕਰਦੇ ਹੋ। ਦੂਜੀ ਗੱਲ, ਉਹਨਾਂ ਨੂੰ ਭਗਵੰਤ ਮਾਨ ਜੀ ਨੇ ਇੱਕ ਚਿੱਠੀ ਵਾਇਰਲ ਕੀਤੀ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ, ਔਰ ਉਸ ਚਿੱਠੀ ਦੇ ਵਿੱਚ ਬਿਲਕੁਲ ਇੰਟੈਂਸ਼ਨ ਸੁਖਜਿੰਦਰ ਸਿੰਘ ਰੰਧਾਵਾ ਦੀ ਕਲੀਅਰ ਆ ਕਿ ਮੈਂ ਜਿਹੜਾ ਆ ਤੁਸੀਂ ਪੜ੍ਹੀ ਆ ਚਿੱਠੀ, ਉਹਦੇ 'ਚ ਉਹਨਾਂ ਨੇ ਆਪ ਦਾ ਦੱਸਤਾ ਕਿ ਮੇਰਾ ਕੀ ਸਟੈਂਡ ਆ ਗੈਂਗਸਟਰਾਂ ਪ੍ਰਤੀ, ਮੇਰਾ ਕੀ ਸਟੈਂਡ ਆ ਕਿਸੇ ਮਾੜੇ ਅਨਸਰ ਪ੍ਰਤੀ। ਔਰ ਉਹਦੇ ਤੇ ਮੈਂ ਸਮਝਦਾ ਕਿ ਜੋ ਭਗਵੰਤ ਮਾਨ ਨੇ ਇਹ ਇੱਕ ਡਰਾਮਾ ਰਚਿਆ, 1 ਰੁਪਈਆ ਵੀ ਉਹ ਕਿਸੇ ਤੋਂ ਵਸੂਲ ਨਹੀਂ ਕਰ ਸਕਦੇ, ਨਾ ਉਹ ਕੈਪਟਨ ਅਮਰਿੰਦਰ ਤੋਂ 5 ਰੁਪਈਏ ਵੀ ਲੈ ਕੇ ਦੱਸ ਦੇਣ ਮੈਂ ਮੰਨ ਜੂਗਾ। ਔਰ ਰਹੀ ਗੱਲ ਕਿ ਇਹ ਜਿਹੜਾ ਫੈਸਲੇ ਹੁੰਦੇ ਆ ਏਜੀ ਦਫ਼ਤਰ ਕਰਦਾ, ਸਰਕਾਰਾਂ ਕਰਦੀਆਂ ਨੇ। ਅੱਜ ਜੇ ਮੈਂ ਕਹਾਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਟੇਟ ਦਾ ਪੈਸਾ, ਸਾਡੇ ਸੂਬੇ ਦਾ ਹੈਲੀਕਾਪਟਰ, ਸਾਡੇ ਸੂਬੇ ਦਾ ਪਲੇਨ, ਤੁਸੀਂ ਇੱਥੋਂ ਕਹਿ ਦਿੰਦੇ ਹੋ ਜ਼ਰੂਰੀ ਮੀਟਿੰਗਾਂ ਦਿੱਲੀ ਆ, ਦਿੱਲੀ ਤੋਂ ਤੁਸੀਂ 2 ਸਵਾਰੀਆਂ ਚਾੜਦੇ ਹੋ ਕੇਜਰੀਵਾਲ ਤੇ ਆਪਣੇ ਉੱਥੋਂ ਰਾਘਵ ਚੱਡਾ, ਤੇ ਤੁਸੀਂ ਤੁਰ ਪੈਂਦੇ ਹੋ ਕਦੀ ਮੱਧ ਪ੍ਰਦੇਸ਼, ਕਦੀ ਝਾਰਖੰਡ, ਕਦੀ ਰਾਜਸਥਾਨ, ਤੇ ਕੱਲ ਨੂੰ ਕੋਈ ਹੋਰ ਸਰਕਾਰ ਆਊ ਉਹ ਕਹੂਗੀ ਕਿ ਇਹ ਸਾਰੇ ਪੈਸੇ ਭਗਵੰਤ ਮਾਨ ਦੀ ਤਨਖਾਹ ਚੋਂ, ਉਹਦੀ ਪੈਨਸ਼ਨ ਤੋਂ ਤੇ ਉਹਦੀ ਜਾਇਦਾਦ ਵੇਚ ਕੇ ਵਸੂਲੇ ਜਾਣਗੇ। ਇਹ ਪੋਸੀਬਿਲਿਟੀ ਹੈਗੀ ਹੈ। ਸੋ ਗੱਲਾਂ ਉਹ ਕਰੋ ਜਿਹਦੇ ਉੱਤੇ ਕੋਈ ਕੰਕਰੀਟ ਗੱਲ ਤੁਹਾਡੀ ਦਾ ਵਾਜਬ ਹੋਵੇ, ਤੁਹਾਡੀ ਪ੍ਰੈਕਟੀਕੈਲਿਟੀ ਹੋਵੇ। ਸੋ ਇਹ ਸਾਰੀਆਂ ਹੀ ਮੇਰੇ ਖਿਆਲ ਅੱਜ ਜਿਹੜੀ ਯੋਗਸ਼ਾਲਾ ਲੱਗੀ ਜਲੰਧਰ ਤੇ ਬੋਰਡ ਲੱਗੇ ਸਾਰੇ ਪੰਜਾਬ 'ਚ ਕਿ ਮੁੱਖ ਮੰਤਰੀ ਸਾਹਿਬ ਯੋਗਾ ਕਰਨ ਜਲੰਧਰ ਜਾ ਰਹੇ ਆ, ਤੇ ਤੁਸੀਂ ਯੋਗਾ ਇਹ ਉਹੀ ਯੋਗਾ ਜਦੋਂ ਮੁੱਖ ਮੰਤਰੀ ਸਾਹਿਬ ਐਕਟਿੰਗ ਕਰਕੇ ਦੱਸਦੇ ਸੀ ਤੇ ਨਾਲ ਮੈਥ ਨਹੀਂ ਉਹ ਕਰ ਸਕਦਾ, ਕਹਿੰਦੇ ਸੀ ਕੁੱਤੇ ਵਾਲੀ ਖੰਘ ਆ, ਤੇ ਮੈਥ ਨਹੀਂ ਕੋਈ ਇਸ ਗੱਲ ਤੇ ਟਿੱਪਣੀ ਕਰਦਾ। ਪਰ ਉਹ ਜਿਹੜਾ ਪੈਸਾ ਲੱਗ ਰਿਹਾ ਐਡਵਰਟਾਈਜ਼ਮੈਂਟ ਦੇ ਉੱਤੇ ਕਰੋੜਾਂ ਰੁਪਈਆ, ਉਹ ਪੈਸਾ ਜਿਹੜਾ ਉਹਦਾ ਹਿਸਾਬ ਕੌਣ ਦਊਗਾ? ਕੀ ਇਹ ਮੁੱਖ ਮੰਤਰੀ ਸਾਹਿਬ ਆਪਣੀ ਤਨਖਾਹ 'ਚੋਂ ਪੈਸੇ ਕਟਾਉਣਗੇ ਕੱਲ ਨੂੰ? ਸੋ ਇਹ ਸਾਰੀਆਂ ਗੱਲਾਂ ਨੇ, ਇਹ ਜਸਟ ਇੱਕ TRP ਲੈਣ ਵਾਸਤੇ, ਇੱਕ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭੜਕਾਉਣ ਵਾਸਤੇ ਚੀਜ਼ਾਂ ਹੋ ਰਹੀਆਂ। ਪ੍ਰੈਕਟੀਕਲੀ ਇਹਦੇ ਵਿੱਚ ਕੁਝ ਵੀ ਨਹੀਂ ਹੈ। ਪਹਿਲਾਂ ਚੰਨੀ, ਹੁਣ ਰੰਧਾਵਾ ਸਾਹਿਬ ਤੇ ਬਾਰ-ਬਾਰ ਲੀਡਰ ਟਾਰਗੇਟ। ਦੇਖੋ ਗੱਲ, ਚੰਨੀ ਸਾਹਿਬ ਦਾ ਜਿਹੜਾ 2 ਕਰੋੜ ਦਾ ਸੀਗਾ ਰੌਲਾ, ਕੀ ਅੱਜ ਤੱਕ ਕੋਈ ਸ਼ਿਕਾਇਤ ਵੀ ਦਰਜ ਹੋਈ? FIR ਤੇ ਬਹੁਤ ਦੂਰ ਦੀ ਗੱਲ ਆ, ਕੋਈ ਸ਼ਿਕਾਇਤ ਵੀ ਦਰਜ ਹੋਈ? ਔਰ ਜਿਸ ਲੈਵਲ ਤੇ ਜਾ ਕੇ ਮੁੱਖ ਮੰਤਰੀ ਨੇ ਉਹਨਾਂ ਨੂੰ ਲਾਗੇ ਬਿਠਾ ਕੇ ਤੇ ਚੰਨੀ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕੀ ਉਹਦੇ ਤੇ ਕੋਈ ਕਾਰਵਾਈ ਹੋਈ ਹੈ? ਕੋਈ ਕਾਰਵਾਈ ਨਹੀਂ ਹੋਈ। ਸੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਜਿਹੜੀਆਂ ਚੀਜ਼ਾਂ ਇਹ ਕਰਦੇ। ਹਾਂ ਠੀਕ ਹੈ, ਜੇ ਕਿਸੇ ਨੇ ਗਲਤ ਕੀਤਾ ਯੂ ਗੋ ਹੈਡ, ਜੇ ਕਿਸੇ ਨੇ ਕੁਝ ਕੀਤਾ ਤੁਸੀਂ ਜੋ ਮਰਜ਼ੀ ਕਰੋ, ਪਰ ਜਦੋਂ ਕੀਤਾ ਹੀ ਕੁਝ ਨਹੀਂ
ਤੇ ਤੁਸੀਂ ਐਡਵਰਟਾਈਜ਼ਮੈਂਟ ਕਰਕੇ ਤੇ ਉਸ ਤੋਂ ਬਾਅਦ ਆਪੇ ਬੈਕਆਊਟ ਕਰ ਜਾਂਦੇ ਹੋ। ਸੋ ਇਸ ਗੱਲ ਨੂੰ ਮੁੱਖ ਮੰਤਰੀ ਨੂੰ ਬੜੀ ਸੰਜੀਦਗੀ ਦੇ ਨਾਲ, ਇਹ ਬਾਰਡਰ ਏਰੀਆ ਸਟੇਟ ਆ, ਅੱਜ ਲਾਅ ਐਂਡ ਆਰਡਰ ਦਾ ਮੁੱਦਾ ਆ। ਅੱਜ ਹਰ ਰੋਜ਼ ਤੁਹਾਨੂੰ, ਤੁਸੀਂ ਸਾਰੇ ਪੱਤਰਕਾਰ ਭਰਾ ਹੋ, ਤੁਹਾਨੂੰ ਪਤਾ ਕਿ ਕੀ ਚੱਲ ਰਿਹਾ ਪੰਜਾਬ ਦੇ ਵਿੱਚ। ਕਿਸੇ ਨੂੰ ਫਰੌਤੀ ਲਈ ਅਗਵਾ ਕੀਤਾ ਜਾਂਦਾ, ਕਿਸੇ ਦਾ ਕਤਲ ਹੋ ਰਿਹਾ। ਕੀ ਗੱਲ, ਇਹ ਮੁੱਦੇ ਨਹੀਂ ਪੰਜਾਬ ਦੇ? ਅੱਜ ਨਸ਼ਾ ਹੋਮ ਡਿਲੀਵਰੀ ਹੋ ਗਈ, ਇਹ ਮੁੱਦੇ ਨਹੀਂ ਪੰਜਾਬ ਦੇ? ਸੋ ਇਸ ਕਰਕੇ ਜਿਹੜਾ ਖਜ਼ਾਨੇ, ਜਿਹੜੀ ਕਾਂਗਰਸ ਪਾਰਟੀ ਜਿਹਨੇ ਸਾਰੀ ਉਮਰ ਦੇਸ਼ ਦੀ ਸੇਵਾ ਲਈ ਲਾਏ, ਸਾਡੀ ਸਰਕਾਰ ਪਿਛਲੀ ਵਾਰੀ 70 ਕਰੋੜ ਰੱਖਦੀ ਆ ਪ੍ਰੈਸ ਵਾਸਤੇ, ਤੇ ਇਹ ਰੱਖਦੇ ਆ 700 ਕਰੋੜ। ਇਹਦਾ ਮਤਲਬ ਕਰਪਟ ਕੌਣ ਹੈ? ਕਰਪਟ ਆਮ ਆਦਮੀ ਪਾਰਟੀ ਵਾਲੇ ਨੇ। ਸੋ ਇਸ ਕਰਕੇ ਇਹਦਾ ਹਿਸਾਬ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਦੇਣਾ ਪੈਣਾ ਆ। ਸੋ ਇਸ ਕਰਕੇ ਕਾਹਲੇ ਨਾ ਪੈਣ। ਠੀਕ ਆ, ਜਿੰਨੇ ਕੁਝ ਕੀਤਾ ਉਹਨੂੰ ਜੋ ਮਰਜ਼ੀ ਕਰਨ, ਪਰ ਅਨਨੈਸੈਸਰੀ ਜਿਹੜੇ ਮੁੱਦੇ ਅਸਲੀਆਂ ਤੋਂ ਭਟਕਾ ਕੇ ਲੋਕਾਂ ਨੂੰ 1.5 ਸਾਲ ਦੇ ਵਿੱਚ ਕੀਤਾ, ਇਹਨਾਂ ਕੱਖ ਨਹੀਂ, ਡੱਕਾ ਨਹੀਂ ਤੋੜਿਆ। ਕੀ ਕਰਜ਼ਾ ਅੱਜ ਘਟ ਗਿਆ? ਚਲੋ ਕਾਂਗਰਸ ਮਾੜੀ ਸਹੀ, ਭਾਜਪਾ ਮਾੜੀ ਸਹੀ, ਇਹ ਤੇ ਚੰਗੇ ਸੀ। ਬਦਲਾ ਤੇ 92 ਐਮਐਲਏ ਆਏ, ਤੇ ਫਿਰ ਕੀ ਅੱਜ ਦੱਸੋ ਕਿ ਕਰਜ਼ਾ ਜਿਹੜਾ ਕਹਿੰਦੇ ਸੀ ਅਸੀਂ ਖਤਮ ਕਰ ਦੇਣਾ, ਮੁਕਾ ਦੇਣਾ। ਕੇਜਰੀਵਾਲ ਸਾਹਿਬ ਇਹਨਾਂ ਦੇ ਕਹਿੰਦੇ ਸੀ 20,000 ਕਰੋੜ ਮੈਂ ਫਲਾਣੇ ਇਕੱਠਾ ਕਰਨਾ, 32,000 ਕਰੋੜ ਮੈਂ ਫਲਾਣੇ, 54,000 ਕਰੋੜ ਤਾਂ ਮੈਂ ਪੈਸੇ ਲੈ ਕੇ ਬੈਠਾ ਹੂੰ। ਹੁਣ 54,000 ਕਰੋੜ ਵਾਲੀ ਜੇਬ ਪੜ ਗਈ ਕੇਜਰੀਵਾਲ ਦੀ। ਅੱਜ ਕਿੱਥੇ ਆ 54,000 ਕਰੋੜ? ਅੱਜ ਤੁਸੀਂ 40-45,000 ਕਰੋੜ ਕਰਜ਼ਾ ਚਾੜਤਾ। ਔਰ ਚਾੜਿਆ ਕਿਹਨਾਂ ਚੀਜ਼ਾਂ ਤੇ? ਕਦੀ ਚੌਪਰ ਉੱਡਦਾ ਇੱਧਰ ਨੂੰ, ਕਦੀ ਪਲੇਨ ਉੱਡਦਾ ਇੱਧਰ ਨੂੰ, ਔਰ ਦਿੱਲੀ ਵਾਲਿਆਂ ਲਈ। ਹੁਣ ਅੱਜ ਕਰਨਾਟਕਾ ਸਰਕਾਰ ਨੇ, ਸਾਡੀ ਉੱਥੇ ਸਰਕਾਰ ਆ, ਉਹਨਾਂ ਨੇ 3 ਫੈਸਲੇ ਲਏ ਆਪਣੇ, ਗਰੰਟੀਆਂ ਪੂਰੀ